तो ਰੈਂਕਿੰਗ ਦੇ ਸੈਕਿੰਡ ਪਾਰਟ ਦੇ ਵਿੱਚ ਤੁਹਾਡਾ ਸਵਾਗਤ ਹੈ। ਆਰਡਰ ਐਂਡ ਰੈਂਕਿੰਗ ਤੇ ਇਸ ਦੇ ਵਿੱਚ ਵੀ ਆਪਾਂ ਕੁਝ ਕੁਐਸਚਨਸ ਡਿਸਕਸ ਕਰਾਂਗੇ। ਸੋ ਸਟਾਰਟ ਕਰਦੇ ਹਾਂ ਜੀ ਵੀਡੀਓ। ਜੇਕਰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰ ਦਿਓ। ਇਸ ਤੋਂ ਪਹਿਲਾਂ ਫਸਟ ਪਾਰਟ ਆ ਚੁੱਕਾ ਹੈ, ਤਾਂ ਉਸ ਫਸਟ ਪਾਰਟ ਨੂੰ ਜੇਕਰ ਤੁਸੀਂ ਨਹੀਂ ਦੇਖਿਆ ਤਾਂ ਤੁਸੀਂ ਉਸ ਫਸਟ ਪਾਰਟ ਨੂੰ ਉਸ ਤੋਂ ਪਹਿਲਾਂ ਦੇਖ ਸਕਦੇ ਹੋ। ਮੇ ਵੀ ਇਹ ਵੀਡੀਓ ਥੋੜ੍ਹੀ ਜਿਹੀ ਤੁਹਾਨੂੰ ਹੈਲਪਫੁਲ ਤਾਂ ਲੱਗੇ ਜੇਕਰ ਤੁਸੀਂ ਫਸਟ ਪਾਰਟ ਨੂੰ ਉਸ ਤੋਂ ਪਹਿਲਾਂ ਇੱਕ ਵਾਰੀ ਦੇਖ ਲਓ। ਸੋ ਗੱਲ ਕਰਦੇ ਹਾਂ ਫਸਟ ਕੁਐਸਚਨ ਦੀ। A इज़ शॉर्टर दैन B, ਤਾਂ A ਜੋ ਹੈ ਉਹ B ਤੋਂ ਛੋਟਾ ਹੈ ਬਟ ਟੋਲਰ ਦੈਨ C। ਸੋ ਆਪਾਂ A ਨੂੰ ਇੱਥੇ ਲਿਖ ਲੈਂਦੇ ਹਾਂ। A ਜੋ ਹੈ ਦੈਟ ਇਜ਼ ਸ਼ਾਰਟਰ ਦੈਨ B ਬਟ ਟੋਲਰ ਦੈਨ C, ਤਾਂ C ਤੋਂ ਵੱਡਾ ਹੈ A ਐਂਡ B ਤੋਂ ਛੋਟਾ ਹੈ। ਅੱਗੇ ਕੀ ਕਹਿ ਰਿਹਾ ਹੈ, D ਇਜ਼ ਟੋਲਰ ਦੈਨ A, ਤਾਂ D ਜੋ ਹੈ ਉਹ ਟੋਲਰ ਹੈ A ਤੋਂ, ਮਤਲਬ D ਉੱਪਰ ਆਏਗਾ ਕਿਤੇ। D is taller than A, E is shorter than C, ਤਾਂ E ਆ ਜਾਏਗਾ C ਤੋਂ ਛੋਟਾ। ਆਪਾਂ ਨੂੰ ਪੁੱਛਿਆ ਹੈ who among the following is tallest, ਤਾਂ ਦੇਖੋ D ਦੀ ਆਪਾਂ ਨੂੰ ਪੋਜੀਸ਼ਨ ਨਹੀਂ ਪਤਾ ਇੱਥੇ। D is taller than A ਤਾਂ ਹੈ, ਤਾਂ D B ਦੇ ਨੀਚੇ ਵੀ ਹੋ ਸਕਦਾ ਹੈ, B ਤੋਂ ਉੱਤੇ ਵੀ ਹੋ ਸਕਦਾ। ਮੈਂ ਫਿਰ ਦੁਬਾਰਾ ਇੱਕ ਵਾਰੀ ਡਾਇਗਰਾਮ ਬਣਾਉਣਾ ਹੈ। ਦੇਖੋ ਸਭ ਤੋਂ ਪਹਿਲਾਂ ਆਪਾਂ ਨੂੰ A ਗਿਵਨ ਹੈ ਕਿ A ਕੀ ਹੈ, B ਤੋਂ ਸ਼ਾਰਟਰ ਹੈ, ਮਤਲਬ A B ਤੋਂ ਛੋਟਾ ਹੈ ਤੇ C ਤੋਂ A ਵੱਡਾ ਹੈ। ਇਸ ਤੋਂ ਬਿਨਾਂ ਗਿਵਨ ਹੈ ਕਿ D is taller than A, ਤਾਂ A ਤੋਂ ਵੱਡਾ ਹੈ D। ਹੁਣ D ਨੂੰ ਮੈਂ ਇੱਥੇ ਲਿਖ ਲਿਆ। ਮੈਂ D ਦੀਆਂ ਦੋ ਪੋਜੀਸ਼ਨਸ ਬਣਾ ਸਕਦਾ। ਦੇਖੋ D ਇੱਦਾਂ ਵੀ ਹੋ ਸਕਦਾ ਹੈ ਕਿ D ਜੋ ਹੈ ਉਹ B ਤੋਂ ਉੱਪਰ ਆ ਜੇ, ਸਭ ਤੋਂ ਟੌਲ ਆ ਜੇ, ਜਾਂ ਇੱਦਾਂ ਹੋ ਸਕਦਾ ਹੈ ਕਿ D B ਤੋਂ ਛੋਟਾ ਹੋਏ ਤੇ D A ਦੇ ਉੱਪਰ ਆ ਜੇ। ਸੋ D ਦੀਆਂ ਦੋ ਪੋਜੀਸ਼ਨਸ ਬਣ ਸਕਦੀਆਂ ਇੱਥੋਂ। D ਦੀਆਂ A ਪੋਜੀਸ਼ਨ ਵੀ ਹੋ ਸਕਦੀ ਹੈ, D ਦੀ ਇਹ ਪੋਜੀਸ਼ਨ ਵੀ ਹੋ ਸਕਦੀ ਹੈ। ਸੋ ਜੇਕਰ D ਦੀ ਇਹ ਪੋਜੀਸ਼ਨ ਮੰਨਾਂਗੇ ਤਾਂ B ਟੋਲੈਸਟ ਆ ਜਾਏਗਾ, ਬਟ ਅਗਰ A ਪੋਜੀਸ਼ਨ ਮੰਨਾਂਗੇ D ਦੀ, ਫਿਰ D ਟੋਲੈਸਟ ਆ ਜਾਏਗਾ। ਦੈਟ ਮੀਨਸ ਅਗਰ ਆਪਾਂ ਟੋਲੈਸਟ ਪਰਸਨ ਫਾਈਂਡ ਆਊਟ ਕਰਨਾ ਹੈ ਤਾਂ ਉਸਨੂੰ ਆਪਾਂ ਇੱਥੋਂ ਫਾਈਂਡ ਨਹੀਂ ਕਰ ਸਕਦੇ। ਜੇਕਰ ਮੈਂ ਦੂਸਰੀ ਗੱਲ ਕਰਾਂ, ਉਸਨੇ ਅਗਰ ਮੰਨ ਲਓ ਸਮੋਲੈਸਟ ਪੁੱਛਿਆ ਹੁੰਦਾ ਜਾਂ ਸ਼ਾਰਟੈਸਟ ਪਰਸਨ ਪੁੱਛਿਆ ਹੁੰਦਾ, ਸ਼ਾਰਟੈਸਟ ਦਾ ਤਾਂ ਆਨਸਰ E ਆ ਹੀ ਜਾਣਾ ਸੀ, ਕਿਉਂਕਿ E ਇਜ਼ ਸ਼ਾਰਟਰ ਦੈਨ C, ਤਾਂ E ਤਾਂ ਸਭ ਤੋਂ ਨੀਚੇ ਆ ਹੀ ਹੈ। ਸੋ 5 ਹੀ ਪਰਸਨਸ ਨੇ A B C D E, ਤਾਂ E ਸਭ ਤੋਂ ਨੀਚੇ ਹੈ, C ਉਸ ਤੋਂ ਉੱਪਰ ਹੈ, ਫਿਰ ਉੱਪਰ A ਹੈ। D ਦੀ ਪੋਜੀਸ਼ਨ ਦਾ ਆਪਾਂ ਨੂੰ ਨਹੀਂ ਪਤਾ, D ਹੋ ਸਕਦਾ ਹੈ A ਤੋਂ ਉੱਪਰ ਹੋਏ, ਹੋ ਸਕਦਾ ਹੈ B ਤੋਂ ਉੱਪਰ ਹੋਏ। ਸੋ D ਦੀ ਪੋਜੀਸ਼ਨ ਨਾ ਪਤਾ ਹੋਣ ਕਰਕੇ ਆਪਾਂ ਇਸ ਕੁਐਸਚਨ ਦਾ ਆਨਸਰ ਜੋ ਹੈ ਉਹ ਫਾਈਂਡ ਨਹੀਂ ਕਰ ਸਕਦੇ। ਆਪਸ਼ਨਸ ਦੇਖਦੇ ਹਾਂ A B C D, ਹਾਂ ਆਈਦਰ B ਔਰ D। ਸੋ ਆਪਸ਼ਨ ਨੰਬਰ D ਜੋ ਹੈ ਉਹ ਰਾਈਟ ਆਨਸਰ ਬਣ ਜਾਏਗਾ। ਜਾਂ ਤਾਂ ਦੇਖੋ ਅਗਰ ਇਹ D ਦੀ ਇਹ ਪੋਜੀਸ਼ਨ ਮੰਨਦੇ ਆਪਾਂ A ਤੋਂ ਉੱਪਰ, ਅਗਰ ਆਪਾਂ ਮੰਨਦੇ ਹਾਂ ਕਿ D ਜੋ ਹੈ ਉਹ A ਤੋਂ ਉੱਪਰ ਹੈ, A ਤੋਂ ਉੱਪਰ ਤਾਂ ਓਬਵੀਅਸਲੀ ਹੈ ਹੀ ਹੈ, ਬਟ B ਤੋਂ ਨੀਚੇ ਹੈ, ਫਿਰ ਆਨਸਰ ਬਣ ਜਾਏਗਾ ਤੁਹਾਡਾ B, ਕਿ B ਟੋਲੈਸਟ ਹੈ। ਬਟ ਅਗਰ ਆਪਾਂ ਇਹ ਵਾਲੀ ਉੱਪਰ ਵਾਲੀ ਸਭ ਤੋਂ ਪੋਜੀਸ਼ਨ ਮੰਨਦੇ ਹਾਂ ਕਿ B ਤੋਂ ਵੀ ਉੱਪਰ ਹੈ D, ਫਿਰ D ਟੋਲੈਸਟ ਹੋ ਜਾਏਗਾ। ਦੈਟ ਮੀਨਸ ਜਾਂ ਤਾਂ B ਟੋਲੈਸਟ ਆਏਗਾ ਜਾਂ ਟੋਲੈਸਟ ਪਰਸਨ D ਆਏਗਾ। ਸੋ ਦੋਨਾਂ ਦੇ ਵਿੱਚੋਂ ਇੱਕ ਆਨਸਰ ਬਣੇਗਾ। ਸੋ ਇਸ ਕੁਐਸਚਨ ਦਾ ਆਨਸਰ ਬਣ ਜਾਏਗਾ ਆਈਦਰ B ਔਰ D। ਸੋ B ਜਾਂ D ਦੇ ਵਿੱਚੋਂ ਕੋਈ ਵੀ ਇੱਕ ਇਸ ਦਾ ਆਨਸਰ ਬਣੇਗਾ। ਸੋ B ਔਰ D ਦੋਨਾਂ ਦੇ ਵਿੱਚੋਂ ਇੱਕ ਆਨਸਰ ਬਣੇਗਾ, ਬਟ ਆਪਾਂ ਕਨਕਲੂਡ ਨਹੀਂ ਕਰ ਸਕਦੇ ਇੱਥੋਂ ਕਿਹੜਾ ਬਣੇਗਾ। ਠੀਕ ਹੈ ਜੀ। ਸੋ ਨੈਕਸਟ ਗੱਲ ਕਰਦੇ ਹਾਂ ਅਗਲੇ ਕੁਐਸਚਨ ਦੀ। ਅਗਲਾ ਕੁਐਸਚਨ ਤੁਹਾਡੀ ਸਕਰੀਨ ਦੇ ਉੱਤੇ ਨੀਚੇ ਆਏਗਾ, ਸੋ ਉਸਨੂੰ ਦੇਖਣਾ ਹੈ ਤੁਸੀਂ ਧਿਆਨ ਦੇ ਨਾਲ। ਇਨ ਅ ਰੋ ਆਫ 30 ਸਟੂਡੈਂਟਸ ਮਹੇਸ਼ ਇਜ਼ 12th ਫਰੋਮ ਲੈਫਟ ਹੈਂਡ, ਤਾਂ 30 ਸਟੂਡੈਂਟਸ ਨੇ, ਮਹੇਸ਼ ਕੀ ਹੈ ਲੈਫਟ ਹੈਂਡ ਤੋਂ 12ਵੇਂ ਨੰਬਰ ਦੇ ਉੱਤੇ ਹੈ। ਸੋ ਇੱਥੋਂ ਕੀ ਕਰਦੇ ਹਾਂ, ਮਹੇਸ਼ ਇਜ਼ 12th ਫਰੋਮ ਲੈਫਟ ਹੈਂਡ, ਮਤਲਬ ਮਹੇਸ਼ ਤੋਂ ਪਹਿਲਾਂ ਕਿੰਨੇ ਨੇ, ਮਹੇਸ਼ ਤੋਂ ਪਹਿਲਾਂ ਆਪਣੇ ਕੋਲ 11 ਹੋਣਗੇ। 12ਵੇਂ ਨੰਬਰ ਦੇ ਉੱਤੇ ਮਹੇਸ਼ ਹੋਏਗਾ, ਪਹਿਲਾਂ 11 ਹੋਣਗੇ, 11 ਤੋਂ ਬਾਅਦ 12ਵੇਂ ਨੰਬਰ ਦੇ ਉੱਤੇ ਮਹੇਸ਼ ਹੋਏਗਾ। ਅੱਗੇ ਕਹਿ ਰਿਹਾ ਹੈ ਰਕੇਸ਼ ਅ ਫਰੈਂਡ ਆਫ ਮਹੇਸ਼ ਇਜ਼ 3 ਟੂ ਦਾ ਲੈਫਟ ਆਫ ਮਹੇਸ਼, ਤਾਂ ਮਹੇਸ਼ ਤੋਂ ਜਿਹੜੇ ਇਹ 11 ਨੇ ਇਹਨਾਂ ਦੇ ਵਿੱਚੋਂ ਕੀ ਹੈ, ਦੇਖੋ 11 ਨੂੰ ਆਪਾਂ ਇਸ ਤਰੀਕੇ ਨਾਲ ਲਿਖ ਸਕਦੇ ਹਾਂ 9 ਤੇ 2 11, ਜਾਂ ਇੱਦਾਂ ਲਿਖ ਸਕਦੇ ਹਾਂ। ਦੇਖੋ ਪਹਿਲਾਂ ਇੱਥੇ 2 ਲਿਖ ਲੈਂਦੇ ਹਾਂ। 2 ਕਿਉਂ ਲਿਖਿਆ, ਹੁਣ ਦੇਖੋ 2 ਇਸ ਕਰਕੇ ਲਿਖਿਆ ਕਿਉਂਕਿ ਮਹੇਸ਼ ਦੇ ਥਰਡ ਲੈਫਟ ਇੱਥੇ ਮਹੇਸ਼ ਹੈ, ਮਹੇਸ਼ ਤੋਂ ਫਸਟ ਲੈਫਟ, ਸੈਕਿੰਡ ਲੈਫਟ,
फिर थर्ड लैफ्ट ते कौन है, राकेश। ध्यान देना समझो, महेश दे थर्ड लैफ्ट की है, राकेश है, ठीक है जी। सो महेश दे लैफ्ट साइड ते पहला किन्ने सीगे 11, ਹੁਣ 2 ਇੱਥੇ ਹੋ ਚੁੱਕੇ ਨੇ, ਤੀਸਰਾ ਰਾਕੇਸ਼ ਹੋ ਚੁੱਕਿਆ ਹੈ। ਸੋ 11 ਦੇ ਵਿੱਚੋਂ 3 ਕੱਢ ਦਾਂਗੇ ਤਾਂ 8 ਪਰਸਨਸ ਇੱਥੇ ਰਹਿ ਜਾਣਗੇ ਪਿੱਛੇ, ਠੀਕ ਹੈ। ਸੋ 8 ਇੱਥੇ ਰਹਿ ਜਾਣਗੇ ਤੇ ਉਸ ਤੋਂ ਬਾਅਦ ਰਾਕੇਸ਼ ਆ ਜਾਏਗਾ। ਰਾਕੇਸ਼ ਤੋਂ ਬਾਅਦ ਫਿਰ 2 ਪਰਸਨਸ ਹੋਰ ਆਣਗੇ, ਫਿਰ ਮਹੇਸ਼ ਆ ਜਾਏਗਾ। ਸੋ ਇਸ ਤਰੀਕੇ ਨਾਲ ਬਣੇਗੀ ਕਹਾਣੀ। ਤੇ ਆਪਾਂ ਨੂੰ ਪੁੱਛਿਆ ਹੈ ਰਾਕੇਸ਼ ਦਾ ਰੈਂਕ ਫਰੋਮ ਲੈਫਟ, ਵਟ ਇਜ਼ ਦਾ ਪੋਜੀਸ਼ਨ ਆਫ ਰਾਕੇਸ਼ ਫਰੋਮ ਲੈਫਟ ਐਂਡ। ਤਾਂ ਲੈਫਟ ਹੈਂਡ ਤੋਂ ਤਾਂ 9th ਪੋਜੀਸ਼ਨ ਹੀ ਆ ਗਈ ਇਸ ਦੀ, ਰਾਈਟ ਹੈਂਡ ਤੋਂ ਅੱਗੇ ਜਾਣ ਦੀ ਜ਼ਰੂਰਤ ਆਪਾਂ ਨੂੰ ਹੈ ਨਹੀਂ। ਸੋ ਲੈਫਟ ਹੈਂਡ ਦੇ ਉੱਤੋਂ 9th ਪੋਜੀਸ਼ਨ ਆ ਗਈ ਜੀ ਰਾਕੇਸ਼ ਦੀ। ਜੇਕਰ ਰਾਈਟ ਹੈਂਡ ਤੋਂ ਪੁੱਛੀ ਜਾਂਦੀ ਤਾਂ ਆਪਾਂ ਰਾਈਟ ਹੈਂਡ ਤੋਂ ਵੀ ਈਜ਼ੀਲੀ ਫਾਈਂਡ ਕਰ ਸਕਦੇ ਸੀਗੇ, ਕਿਉਂਕਿ ਆਪਾਂ ਨੂੰ ਟੋਟਲ ਗਿਵਨ ਸੀਗਾ ਕਲਾਸ ਦੇ ਸਟੂਡੈਂਟਸ ਦਾ। ਸੋ ਇੱਥੋਂ ਆਨਸਰ ਬਣ ਜਾਏਗਾ 9th ਰੈਂਕ, ਤਾਂ ਆਨਸਰ ਬਣ ਜਾਏਗਾ ਆਪਸ਼ਨ ਨੰਬਰ ਬੀ। ਸੋ ਇਸ ਤਰੀਕੇ ਨਾਲ ਕਈ ਵਾਰੀ ਕੁਐਸਚਨਸ ਪੁੱਛੇ ਜਾਂਦੇ ਨੇ। ਸੋ ਉਹਨਾਂ ਕੁਐਸਚਨਸ ਦੀ ਤੁਸੀਂ ਪ੍ਰੈਪਰੇਸ਼ਨ ਕਰਕੇ ਰੱਖਣੀ ਆ। ਕੋਈ ਦਿੱਕਤ ਇਸ ਕੁਐਸਚਨ ਦੇ ਵਿੱਚ ਤੁਹਾਨੂੰ? ਸੋ ਆਈ ਹੋਪ ਤੁਸੀਂ ਕੁਐਸਚਨ ਨੂੰ ਸਮਝਿਆ ਹੋਏਗਾ। ਕੁਐਸਚਨ ਦਾ ਆਨਸਰ ਬਣੇਗਾ, ਦੇਖੋ ਜੀ 8 ਪਰਸਨਸ ਆਉਣਗੇ, ਫਿਰ ਰਾਕੇਸ਼ ਆਏਗਾ, ਫਿਰ 2 ਪਰਸਨਸ ਆਉਣਗੇ, ਫਿਰ ਮਹੇਸ਼ ਆਏਗਾ। ਰਾਈਟ ਸਾਈਡ ਦੇ ਪਰਸਨਸ ਆਪਾਂ ਇਸ ਕਰਕੇ ਨਹੀਂ ਲਿਖੇ ਕਿਉਂਕਿ ਆਪਾਂ ਨੂੰ ਉਸ ਦੀ ਜ਼ਰੂਰਤ ਨਹੀਂ ਸੀਗੀ। ਸੋ ਲੈਫਟ ਸਾਈਡ ਤੋਂ ਆਪਾਂ ਫਾਈਂਡ ਆਊਟ ਕਰਨਾ ਸੀ, ਉੱਥੋਂ ਆਪਣਾ ਆਨਸਰ ਆ ਜਾਏਗਾ। ਨੈਕਸਟ ਕੁਐਸਚਨ ਦੀ ਗੱਲ ਕਰਦੇ ਹਾਂ, ਕੁਐਸਚਨ ਨੰਬਰ 3 ਅੱਜ ਦੀ ਵੀਡੀਓ ਦਾ। ਕੁਐਸਚਨ ਆਪਾਂ ਨੂੰ ਕੀ ਕਹਿ ਰਿਹਾ ਹੈ, A is 15th from the left end। A ਜੋ ਹੈ ਉਹ 15ਵੇਂ ਨੰਬਰ ਦੇ ਉੱਤੇ ਹੈ ਲੈਫਟ ਹੈਂਡ ਤੋਂ, ਮਤਲਬ A ਤੋਂ ਪਹਿਲਾਂ ਕਿੰਨੇ ਪਰਸਨ ਆਣਗੇ, A ਤੋਂ ਪਹਿਲਾਂ 14 ਪਰਸਨ ਆਣਗੇ, ਫਿਰ 14 ਪਰਸਨ ਤੋਂ ਬਾਅਦ A ਆਏਗਾ। ਐਂਡ E is 8th from right hand, ਤਾਂ E ਜੋ ਹੈ ਉਹ 7 ਪਰਸਨ ਰਾਈਟ ਹੈਂਡ ਦੇ ਉੱਤੇ ਹੋਣਗੇ E ਤੋਂ, B ਤੋਂ, ਤਾਂ B ਇੱਥੇ ਆ ਜਾਏਗਾ, ਠੀਕ ਹੈ ਜੀ। ਆਈ ਹੋਪ ਇੰਨੀ ਚੀਜ਼ ਬਿਲਕੁਲ ਤੁਹਾਨੂੰ ਕਲੀਅਰ ਹੋ ਜਾਂਦੀ ਹੈ, ਕਿਉਂਕਿ ਜਦੋਂ ਆਪਾਂ ਇੰਨੇ ਕੁਐਸਚਨ ਕਰ ਲੈਂਦੇ ਹਾਂ ਫਿਰ ਇੰਨਾ ਮੈਂ ਬੇਸਿਕ ਬਿਲਕੁਲ ਨਹੀਂ ਦੱਸਾਂਗਾ। ਦੇਖੋ 14 ਪਰਸਨ ਲੈਫਟ ਸਾਈਡ 'ਤੇ ਹੈ ਤਾਂ A ਦਾ ਰੈਂਕ 15th ਹੋ ਗਿਆ, B ਦਾ 7 ਰਾਈਟ ਸਾਈਡ 'ਤੇ ਹੋਣਗੇ ਤਾਂ B 8th ਨੰਬਰ ਦੇ ਉੱਤੇ ਆ ਜਾਏਗਾ। ਅੱਗੇ ਕਹਿ ਰਿਹਾ ਹੈ ਇਫ ਦੇਅਰ ਆਰ 4 boys between them and B is to the right of A, then total number of student sitting in the row। ਤਾਂ ਉਸ ਤੋਂ ਬਾਅਦ ਕਹਿ ਰਿਹਾ ਹੈ ਕਿ ਦੇਖੋ ਇਹ ਵੀ ਕੰਡੀਸ਼ਨ ਦਾ ਧਿਆਨ ਰੱਖਣਾ ਹੈ ਕਿ B ਲੈਫਟ ਸਾਈਡ ਦੇ ਉੱਤੇ ਆ ਸਕਦਾ, A ਰਾਈਟ ਸਾਈਡ ਦੇ ਉੱਤੇ ਵੀ ਆ ਸਕਦਾ ਹੈ, ਇੱਕ ਦੂਸਰੇ ਨੂੰ ਕ੍ਰੋਸ ਵੀ ਕਰ ਸਕਦੇ ਨੇ। ਸੋ ਇੱਦਾਂ ਨਹੀਂ ਹੈ, ਧਿਆਨ ਦੇ ਨਾਲ ਸਮਝਣਾ ਹੈ ਕੁਐਸਚਨ ਨੂੰ। ਅੱਗੇ ਕਹਿ ਰਿਹਾ ਹੈ ਦੇਅਰ ਆਰ 4 boys between them and B is to the right of A। ਹੁਣ ਦੇਖੋ B ਰਾਈਟ ਆਫ A ਦਾ ਮਤਲਬ ਕੀ ਹੈ, ਮੈਂ ਇੱਥੇ ਤੁਹਾਨੂੰ ਸਮਝਾਉਣਾ ਹੈ ਇਸ ਚੀਜ਼ ਨੂੰ, ਸਮਝਾਉਣਾ ਹੈ। ਇੱਥੇ 2 ਕੰਬੀਨੇਸ਼ਨਸ ਬਣ ਸਕਦੇ ਨੇ, ਦੇਖੋ ਇੱਥੇ 2 ਕੰਬੀਨੇਸ਼ਨਸ ਬਣ ਸਕਦੇ ਨੇ। ਕਿਵੇਂ? ਧਿਆਨ ਦੇ ਨਾਲ ਦੇਖੋ, ਇੱਕ ਤਾਂ ਡਾਇਗਰਾਮ ਇਹ ਬਣ ਜਾਏਗਾ ਕਿ ਇਸ ਦੇ ਵਿੱਚ 4 ਪਰਸਨਸ ਨੇ, ਠੀਕ ਹੈ। ਇਹ ਡਾਇਗਰਾਮ ਕੁਐਸਚਨ ਦੇ ਅਕੋਰਡਿੰਗ ਆਪਣਾ ਸਹੀ ਹੈ, ਬਟ ਇੱਥੇ ਇਹ ਵੀ ਪੋਸੀਬਿਲਿਟੀ ਸੀ, ਬਟ ਉਹਨੇ ਕਲੀਅਰ ਕਰਤਾ ਕਿ B ਜੋ ਹੈ ਉਹ ਰਾਈਟ ਆਫ A ਹੈ ਤਾਂ ਕਲੀਅਰ ਹੋ ਗਿਆ। ਬਟ ਇੱਥੇ ਇਹ ਵੀ ਪੋਸੀਬਿਲਿਟੀ ਸੀ ਕਿ ਇੱਥੇ B ਆ ਜਾਂਦਾ, ਦੇਖੋ ਇੱਥੇ B ਆ ਗਿਆ, ਇੱਥੇ A ਆ ਗਿਆ। ਇਹਨਾਂ ਦੋਨਾਂ ਦੇ ਵਿੱਚ 4 ਪਰਸਨ ਆਪਾਂ ਬਣਾਤੇ ਜਿਹੜੇ ਕੁਐਸਚਨ ਦੇ ਅਕੋਰਡਿੰਗ ਗਿਵਨ ਸੀਗੇ। ਸੋ ਇਹ 4 ਪਰਸਨਸ ਹੋ ਗਏ। ਹੁਣ A ਦਾ ਰੈਂਕ ਕਿੰਨਵਾਂ ਹੈ ਲੈਫਟ ਤੋਂ, 15ਵਾਂ। ਸੋ ਇੱਥੇ 4 ਤੇ 1 5 ਤੇ ਇੱਥੇ 9 ਪਰਸਨਸ ਬਣਾ ਦਿਓ, ਇੱਥੇ 9 ਪਰਸਨਸ ਬਣਾ ਦਿਓ। ਸੋ 9 10ਵੇਂ ਨੰਬਰ ਦੇ ਉੱਤੇ B ਤੇ 4 14 ਤੋਂ ਬਾਅਦ 15ਵਾਂ ਰੈਂਕ A ਦਾ। ਹੁਣ ਇੱਥੋਂ B ਦਾ ਰੈਂਕ ਕਿੰਨਾ ਆਉਣਾ ਸੀ, B ਦਾ ਰੈਂਕ ਆਉਣਾ ਸੀ 8ਵਾਂ। ਸੋ 4 ਤੇ 1 5 ਤੇ 2 ਪਰਸਨਸ ਇਸ ਸਾਈਡ ਬਣਾ ਦਿੰਦੇ ਆ 7। ਸੋ ਦੇਖੋ ਡਾਇਗਰਾਮ ਦੋਨੋਂ ਪੋਸੀਬਲ ਹਨ, ਬਟ ਨੀਚੇ ਵਾਲੇ ਦੇ ਕੇਸ ਦੇ ਵਿੱਚ ਕੀ ਹੈ, ਨੀਚੇ ਵਾਲੇ ਦੇ ਕੇਸ ਦੇ ਵਿੱਚ A ਦੀ ਪੋਜੀਸ਼ਨ B ਦੇ ਕੋਰਸਪੋਂਡਿੰਗ ਰਾਈਟ ਹੈਂਡ ਸਾਈਡ 'ਤੇ ਹੈ। ਸੋ ਇਹ ਕੁਐਸਚਨ ਕਦੋਂ ਪੁੱਛਿਆ ਜਾਂਦਾ ਹੈ, ਨੀਚੇ ਵਾਲਾ ਕੁਐਸਚਨ ਪੁੱਛਿਆ ਜਾਂਦਾ ਹੈ ਵਟ ਇਜ਼ ਦਾ ਮਿਨੀਮਮ ਨੰਬਰ
ऑफ बॉयज़ रिक्वायर्ड फॉर टू सैटिस्फाई दैट कंडीशन। ਇੱਥੇ ਕੀ ਹੋਏਗਾ, ਇੱਥੇ ਬੀ ਰਾਈਟ ਦੇ ਬੀ ਜੋ ਹੈ ਉਹ ਰਾਈਟ ਆਫ ਏ ਦਿੱਤਾ ਹੋਇਆ ਹੈ। ਜੇਕਰ ਇਹ ਨਾ ਦਿੱਤਾ ਹੁੰਦਾ ਫਿਰ ਨੀਚੇ ਵਾਲਾ ਆਪਸ਼ਨ ਵੀ ਆਨਸਰ ਬਣ ਸਕਦਾ ਸੀ। ਸੋ ਇਸ ਤਰੀਕੇ ਦੇ ਨਾਲ ਕਈ ਵਾਰੀ ਪੁੱਛਿਆ ਜਾਂਦਾ ਹੈ ਕਿ ਮਿਨੀਮਮ ਨੰਬਰ ਆਫ ਸਟੂਡੈਂਟਸ ਕਿੰਨੇ ਰਿਕੁਆਇਰਡ ਨੇ ਰੋਜ਼ ਦੇ ਵਿੱਚ, ਤਾਂ ਇਹ ਮਿਨੀਮਮ ਦਾ ਕੇਸ ਬਣ ਜਾਂਦਾ ਹੈ। ਜਦੋਂ ਇਸ ਤਰ੍ਹਾਂ ਆਪਾਂ ਇੱਕ ਦੂਸਰੇ ਨੂੰ ਕ੍ਰੋਸ ਕਰ ਦਿੰਦੇ ਹਾਂ ਫਿਰ ਇਹ ਮਿਨੀਮਮ ਦਾ ਕੇਸ ਬਣ ਜਾਂਦਾ ਹੈ। ਤੁਸੀਂ ਦੇਖ ਵੀ ਸਕਦੇ ਹੋ ਨੀਚੇ ਬॉय जो टोटल नंबर बनेगा वो बनेगा 9 + 10, 10 + 4 14, 15 16 17। नीचे का सम बनेगा 17 तो उपर का सम की गल की जाए तो 15 15 4 19 19 तो 20 20 ते 7 27। सो उपर सम बनेगा 27। सो जो मिनीमम पूछा जाता है उदों यह ट्रिक नीचे वाला तुसीं यूज़ करते हो, बट इस क्वेश्चन के यूज़ नहीं होएगा। हाँ अगर वो लिख दिंदा कि ए इज़ टू द राइट ऑफ बी फिर नीचे वाला केस बनता, बट उसने की लिखा है एंड बी इज़ टू द राइट ऑफ ए, दैट मीनस बी जो है वो ए तो राइट पोजीशन के उत्ते है, दैट मीनस ऊपर वाला केस बनेगा एंड 27 विल बी द राइट आंसर फॉर दिस क्वेश्चन। तो इस क्वेश्चन का आंसर बन जाएगा 27। सो ऑप्शन नंबर बी विल बी द राइट आंसर। तो ऑप्शन नंबर बी जो है वो राइट आंसर इस क्वेश्चन का बन जाएगा। नैक्सट क्वेश्चन की गल करते हैं, क्वेश्चन नंबर 4 करना पैंदा। फिर तुहानूं की है नीचे वाले केस के अकॉर्डिंग आंसर करना पैना सीगा। सो आई होप ये चीज़ समझ चुके हो। सो अगे कंटिन्यू करते हैं जी। सो नैक्सट क्वेश्चन, सो फोर्थ क्वेश्चन की गल करते हैं जी हुण। सो फोर्थ क्वेश्चन थोड़ी स्क्रीन के उत्ते, P is 15th from the right hand, P is 15th from the left hand, sorry, and in a row of boys, and Q is 18th from the right hand। तो क्वेश्चन नूं स्टार्ट कर लैंदे आ। P किन्नवें नंबर के उत्ते है, P is 15th from the left hand। तो P नूं आपां मान लिया इत्थे कि P किन्नवें नंबर के उत्ते है, 14वें नंबर के उत्ते लैफ्ट हैंड तो, सॉरी 14% इत्थे ने, तो P 15वें नंबर के उत्ते इत्थे आ गया लैफ्ट हैंड एंड Q is 18th from the right hand। तो Q किन्नवें नंबर के उत्ते 18वें के उपर, मतलब इत्थे 17% आ जाणगे। 17% तो बाद 17% तो बाद इत्थे Q आ जाएगा, ठीक है जी। Q किहड़े नंबर के उत्ते आ जाएगा, Q 18th आ जाएगा। Q is 18th फ्रॉम द राइट हैंड। अगे कंटिन्यू करते हैं क्वेश्चन। इफ R इज 10th फ्रॉम P टूवर्ड्स द राइट एंड, तो P R किन्नवें नंबर के उत्ते है, 10वें नंबर के उत्ते P तो सज्जे जाते हुए, मतलब P तो पहला 9% आएंगे, 9% आने तो बाद 10वें नंबर के उत्ते P तो बाद R आ जाएगा। सो R किन्नवें नंबर के उत्ते आ गया, P तो जो सज्जे जा रहे हैं, P तो सज्जे जाते हुए 10वें नंबर के उत्ते R मिलिया है। एंड 4th फ्रॉम Q टूवर्ड्स राइट एंड, 4th फ्रॉम Q टूवर्ड्स राइट एंड। सो क्वेश्चन के ट्रिक आ गई जी इत्थे। हुण इत्थे की है देखो, 4th फ्रॉम Q, हुण Q नूं इत्थों आपां नूं हटाना पएगा। सो थोड़ा जिहा मॉडिफिकेशन करते हैं क्वेश्चन के विच, थोड़ी जी डिस्टेंस बनाने हैं। सो Q नूं आपां ले लैंदे आ, 17% सीगे, 17% तो बाद मैं Q ले लिया इत्थे। हुण इत्थे की है R की पोजीशन देखो, वो कह रहा है R की पोजीशन P तो जिन्नी है राइट वो तो बाद च देखांगे। हुण 4th फ्रॉम Q टूवर्ड्स राइट हैंड, Q तो सज्जे आ रहा है R, तो इत्थों Q तो सज्जे 3% रखांगे, बट फिर आपां नूं 17 भी चेंज करना पएगा। हुण कहानी थोड़ी जी अपनी की है क्वेश्चन दे विच नोट करो जी। इत्थों हुण आपां नूं सारा पहला इत्थे लिख लैंदे आ, 9% ने, 9% ने इत्थे, उस तो बाद की है अपना R होना चाहिए सी, बट इन्होंने कंडीशनस काफ़ी दे दित्तियां ने। सो उसके अकॉर्डिंग चलते हैं हुण, कंडीशनस के अकॉर्डिंग जिहड़ियां कंडीशनस गिवन ने उसके अकॉर्डिंग।
14% ਲੈਫਟ ਸਾਈਡ 'ਤੇ ਕੋਈ ਪ੍ਰੋਬਲਮ ਨਹੀਂ ਹੈ ਆਪਾਂ ਨੂੰ। ਉਸ ਤੋਂ ਬਾਅਦ ਪੀ ਆਉਂਦਾ ਹੈ, ਠੀਕ ਹੈ ਜੀ, 15ਵੇਂ ਨੰਬਰ ਦੇ ਉੱਤੇ। ਉਸ ਤੋਂ ਬਾਅਦ ਕਹਿ ਰਿਹਾ ਹੈ ਕਿ ਪੀ ਤੋਂ ਕਿੰਨੀਆਂ ਪੋਜੀਸ਼ਨ ਰਾਈਟ ਹੈ ਜੀ, ਪੀ ਤੋਂ 10 ਪੋਜੀਸ਼ਨ ਰਾਈਟ ਹੈ, 10 ਪੋਜੀਸ਼ਨ ਰਾਈਟ ਜਾ ਕੇ ਪੀ ਆਉਂਦਾ ਹੈ, ਆਰ ਆਉਂਦਾ ਹੈ। ਸੋ ਦੈਟ ਮੀਨਸ ਇੱਥੇ ਆਪਾਂ ਕਿਤੇ ਆਰ ਮੰਨਦੇ ਹਾਂ ਪਹਿਲਾਂ। ਆਰ ਦੇ ਨਾਲ ਕੰਡੀਸ਼ਨ ਇਹ ਦਿੱਤੀ ਹੋਈ ਹੈ ਕਿ ਕਿਊ ਤੋਂ 4th ਹੈ ਆਰ, ਮਤਲਬ ਕਿਊ ਤੋਂ ਬਾਅਦ ਇੱਥੇ ਵੀ ਇੱਕ ਕੰਡੀਸ਼ਨ ਲਿਖਣੀ ਪਏਗੀ ਕਿ 3 ਪਰਸਨਸ ਹਨ ਕਿਊ ਤੇ ਆਰ ਦੇ ਵਿੱਚ, ਤਾਂ ਕਰਕੇ ਆਰ ਬਣੇਗਾ 4th ਨੰਬਰ ਦੇ ਉੱਤੇ। ਹੁਣ ਇੱਥੇ ਆਏਗਾ ਕਿਊ, ਬਿਲਕੁਲ ਇੱਥੋਂ ਤੱਕ ਕਲੀਅਰ ਕਰ ਲਓ। ਉਸ ਤੋਂ ਬਾਅਦ ਕਿਹਾ ਹੋਇਆ ਕੁਐਸਚਨ ਦੇ ਵਿੱਚ ਕਿ ਕਿਊ ਰਾਈਟ ਸਾਈਡ ਤੋਂ ਕਿਊ ਦਾ ਰੈਂਕ ਕਿੰਨਾ ਹੈ, 18th, ਮਤਲਬ 17% ਇਸ ਤੇ ਰਾਈਟ ਸਾਈਡ ਹੋਣਗੇ ਤਾਂ 1 2, ਤਾਂ ਮਤਲਬ 13% ਹੋਰ ਆਣਗੇ। ਇੱਥੇ 3 ਤੇ 4 ਹੋ ਚੁੱਕੇ ਨੇ, 17 ਟੋਟਲ ਨੇ ਕਿਊ ਦੇ ਰਾਈਟ ਸਾਈਡ। ਤਾਂ 17 ਦੇ ਵਿੱਚੋਂ 4 ਕੱਢ ਦਾਂਗੇ ਤਾਂ 13% ਇੱਥੇ ਬਣ ਜਾਣਗੇ ਆਰ ਦੀ ਰਾਈਟ ਸਾਈਡ 'ਤੇ। ਇੱਕ ਚੀਜ਼ ਹੋਰ ਬਚੀ ਹੈ ਕਿ ਪੀ ਤੋਂ ਜਦੋਂ ਆਰ ਜਾਂਦੇ ਆ ਰਾਈਟ ਸਾਈਡ 'ਤੇ ਤਾਂ ਰੈਂਕ ਬਣਦਾ ਹੈ 10ਵਾਂ। ਸੋ ਇੱਥੇ 1 ਤੇ 2 3 ਤੇ 4 ਇੱਥੇ ਪਰਸਨਸ ਹੋ ਚੁੱਕੇ ਨੇ, ਟੋਟਲ ਸੀਗੇ 9। ਸੋ ਇੱਥੇ 5 ਪਰਸਨਸ ਆ ਜਾਣਗੇ। ਜਿਹੜਾ ਨੀਚੇ ਵਾਲਾ ਡਾਇਗਰਾਮ ਹੈ ਇਹ ਬਿਲਕੁਲ ਸਹੀ ਹੈ। ਉੱਪਰ ਵਾਲਾ ਡਾਇਗਰਾਮ ਆਪਾਂ ਹਿੰਟ ਦੇ ਲਈ ਲਿਆ ਸੀ। ਉੱਪਰ ਵਾਲੇ ਡਾਇਗਰਾਮ ਤੋਂ ਆਪਾਂ ਨੂੰ ਹਿੰਟ ਮਿਲ ਰਹੇ ਸੀ ਕਿ ਕਿੱਥੇ ਕੀ ਰੈਂਕ ਹੈ। ਸੋ ਇਸ ਨੂੰ ਅਰੇਜ਼ ਕਰ ਰਹੇ ਹਾਂ। ਨੀਚੇ ਵਾਲਾ ਡਾਇਗਰਾਮ ਬਿਲਕੁਲ ਸਹੀ ਹੈ, 14%। ਫਿਰ ਪੀ ਕਿਊ ਤੋਂ 4 ਪੋਜੀਸ਼ਨ ਰਾਈਟ ਆਰ ਤੇ ਪੀ ਤੋਂ 9 ਪੋਜੀਸ਼ਨਸ ਰਾਈਟ ਆਰ, ਮਤਲਬ 10th ਪੋਜੀਸ਼ਨ 'ਤੇ ਆਰ ਆ ਜਾਏਗਾ। ਤੇ ਕਿਊ ਤੋਂ 17% ਰਾਈਟ ਸਾਈਡ 'ਤੇ ਚਾਹੀਦੇ ਸੀਗੇ, ਉਹ ਵੀ ਆਪਾਂ ਸੈਟੀਸਫਾਈ ਕਰ ਦਿੱਤੇ ਨੇ। ਹੁਣ ਪੁੱਛਿਆ ਕੀ ਹੈ, ਹਾਊ ਮੈਨੀ ਬॉयਜ਼ ਆਰ ਦੇਅਰ ਇਨ ਅ ਰੋ। ਸੋ ਨੰਬਰ ਆਫ ਬॉयਜ਼ ਪੁੱਛੇ ਨੇ। ਸੋ ਸਮ ਕਰਦੇ ਹਾਂ ਹੁਣ ਇਹਨਾਂ ਦਾ। ਦੇਖੋ ਇੱਥੇ ਆ ਜਾਏਗਾ 14 15 15 ਤੇ 5 20 21 21 ਤੇ 3 24 25 25 ਤੇ 13 38। ਸੋ 38 ਤੁਹਾਡਾ ਇਸ ਕੁਐਸਚਨ ਦਾ ਰਾਈਟ ਆਂਸਰ ਬਣੇਗਾ। ਇਸ ਤਰੀਕੇ ਨਾਲ ਤੁਸੀਂ ਕੁਐਸਚਨਸ ਨੂੰ ਕੀ ਕਰਨਾ ਹੈ, ਅਟੈਂਪਟ ਕਰਨਾ ਹੈ। ਹਾਂ ਥੋੜ੍ਹਾ ਜਿਹਾ ਟ੍ਰਿਕੀ ਕੁਐਸਚਨ ਜ਼ਰੂਰ ਹੈ, ਅੱਛੇ ਲੈਵਲ ਦਾ ਕੁਐਸਚਨ ਹੈ, ਬਟ ਫਿਰ ਵੀ ਇਹ ਹੈ ਕਿ ਪੰਜਾਬ ਦੇ ਐਗਜ਼ਾਮ ਜਾਂ ਕਿਸੇ ਹੋਰ ਐਗਜ਼ਾਮ ਦੇ ਲਈ ਤੁਸੀਂ ਇਸ ਨੂੰ ਇਗਨੋਰ ਨਹੀਂ ਕਰ ਸਕਦੇ। ਹਾਂ ਕੁਐਸਚਨ ਜ਼ਰੂਰ ਟ੍ਰਿਕੀ ਲੱਗਿਆ। ਆਈ ਹੋਪ ਤੁਸੀਂ ਸਮਝਿਆ ਹੋਏਗਾ, ਇੱਕ ਵਾਰੀ ਅੱਛੇ ਤਰੀਕੇ ਨਾਲ ਸਮਝੋ ਇਸ ਕੁਐਸਚਨ ਨੂੰ। ਸੋ ਆਈ ਹੋਪ ਤੁਸੀਂ ਸਮਝਿਆ ਹੋਏਗਾ। ਜੇਕਰ ਕੋਈ ਦਿੱਕਤ ਕਿਤੇ ਵੀ ਲੱਗਦੀ ਹੈ ਤਾਂ ਤੁਸੀਂ ਮੈਸੇਜ ਡ੍ਰੌਪ ਕਰ ਸਕਦੇ ਹੋ। ਸੋ ਆਈ ਹੋਪ ਇਸ ਕੁਐਸਚਨ ਨੂੰ ਤੁਸੀਂ ਸਮਝਿਆ ਅੱਛੇ ਤਰੀਕੇ ਨਾਲ। ਇੱਕ ਵਾਰੀ ਆਨਸਰ ਕਨਫਰਮ ਕਰ ਲੈਂਦੇ ਹਾਂ ਜੀ। ਬਿਲਕੁਲ ਉਹੀ ਮੈਥਡ ਹੈ, ਬਟ ਇਹ ਹੈ ਕਿ ਅਗਰ ਤੁਸੀਂ ਫਸਟ ਟਾਈਮ ਇਸ ਕੁਐਸਚਨ ਨੂੰ ਕਰਦੇ ਹੋ ਪੇਪਰ ਦੇ ਵਿੱਚ ਜਾ ਕੇ ਤਾਂ ਇੰਨਾ ਈਜ਼ੀਲੀ ਕੁਐਸਚਨ ਇਹ ਨਹੀਂ ਹੋ ਜਾਂਦਾ। ਸੋ ਧਿਆਨ ਦੇ ਨਾਲ ਹਰ ਕੁਐਸਚਨ ਨੂੰ ਕਰਨਾ ਹੈ ਤੇ ਕਿਤੇ ਕੋਈ ਦਿੱਕਤ ਲੱਗਦੀ ਹੈ ਤਾਂ ਤੁਸੀਂ ਪੁੱਛ ਵੀ ਸਕਦੇ ਹੋ ਉਸ ਨੂੰ। ਗੱਲ ਕਰਦੇ ਹਾਂ ਨੈਕਸਟ ਕੁਐਸਚਨ ਦੀ। ਆਕਾਸ਼ ਇਜ਼ 5 ਰੈਂਕ ਅਬਵ ਸੁਮਿਤ ਇਨ ਅ ਕਲਾਸ ਆਫ 30। ਕਹਿ ਰਿਹਾ ਹੈ ਕਿ ਆਕਾਸ਼ ਦਾ ਰੈਂਕ ਜੋ ਹੈ, ਮੰਨ ਲਓ ਆਕਾਸ਼ ਇੱਥੇ ਆ ਰਿਹਾ ਆਪਣੇ ਕੋਲ। ਸੋ ਆਕਾਸ਼ ਦਾ ਰੈਂਕ 4 ਰੈਂਕ ਅਬਵ ਹੈ ਸੁਮਿਤ ਤੋਂ। ਸੁਮਿਤ ਦਾ ਰੈਂਕ ਹੈਗਾ ਹੈ 15ਵਾਂ। ਸੁਮਿਤ ਰੈਂਕ ਇਜ਼ 15th ਫਰੋਮ ਦਾ ਲਾਸਟ। ਤਾਂ ਸੁਮਿਤ ਤੋਂ ਨੀਚੇ ਮਤਲਬ 14 ਬੱਚੇ ਨੇ। ਨੀਚੇ ਦੀ ਗੱਲ ਕਰ ਰਹੇ, ਲਾਸਟ ਤੋਂ ਆ ਰਿਹਾ ਨਾ ਸੁਮਿਤ ਦਾ ਰੈਂਕ। ਸੋ ਇੱਥੋਂ ਸੁਮਿਤ ਦਾ ਰੈਂਕ 14 ਬੱਚੇ ਨੀਚੇ ਆ ਜਾਣਗੇ। ਫਿਰ ਆ ਜਾਏਗਾ ਸੁਮਿਤ। ਸੁਮਿਤ ਹੁਣ ਨੀਚੇ ਤੋਂ ਅਗਰ ਆਪਾਂ ਕਾਊਂਟ ਕਰਾਂਗੇ ਤਾਂ 15ਵਾਂ ਰੈਂਕ ਹੋ ਜਾਏਗਾ ਉਸਦਾ। ਪੁੱਛ ਕੀ ਰਿਹਾ ਹੈ, ਆਕਾਸ਼ ਦਾ ਰੈਂਕ ਕਹਿ ਰਿਹਾ ਸੁਮਿਤ ਦੇ ਰੈਂਕ ਤੋਂ 5 ਉੱਪਰ ਹੈ। ਦੈਟ ਮੀਨਸ ਇੱਥੇ 4 ਪੋਜੀਸ਼ਨਸ ਆ ਜਾਣਗੀਆਂ, 4 ਬੱਚੇ ਆ ਜਾਣਗੇ। ਉਸ ਤੋਂ ਬਾਅਦ ਫਿਰ ਆਕਾਸ਼ ਆ ਜਾਏਗਾ। ਆਕਾਸ਼ ਦਾ ਰੈਂਕ 5 ਉੱਪਰ ਹੈ ਨਾ ਸੁਮਿਤ ਤੋਂ ਉੱਪਰ ਆ ਜਾਏਗਾ ਆਕਾਸ਼। ਹੁਣ ਆਪਾਂ ਨੂੰ ਕਲਾਸ ਦੇ ਵਿੱਚ ਟੋਟਲ ਬੱਚੇ ਨੇ 30। ਹੁਣ ਧਿਆਨ ਦੇਣਾ, ਦੇਖੋ ਇੱਥੇ 14 ਬੱਚੇ ਹੋ ਚੁੱਕੇ ਨੇ, ਇੱਥੇ ਸੁਮਿਤ ਨੂੰ ਮਿਲਾ ਕੇ 15 15 ਤੇ 4 19 ਤੇ 1 20, ਮਤਲਬ ਟੋਟਲ ਬੱਚੇ 30 ਸੀ ਤਾਂ ਉੱਪਰ 10 ਬੱਚੇ ਹੋਰ ਹੋਣਗੇ ਆਕਾਸ਼ ਤੋਂ ਉੱਪਰ। ਤਾਂ ਜਦੋਂ ਆਕਾਸ਼ ਤੋਂ ਉੱਪਰ 10 ਬੱਚੇ ਹੋਰ ਹੋਣਗੇ
ਤਾਂ ਆਕਾਸ਼ ਦਾ ਰੈਂਕ ਉੱਪਰੋਂ ਕਾਊਂਟ ਕਰਾਂਗੇ ਤਾਂ ਆਕਾਸ਼ ਦਾ ਰੈਂਕ 10 ਬੱਚਿਆਂ ਤੋਂ ਬਾਅਦ 11th ਰੈਂਕ ਬਣੇਗਾ। ਸੋ ਇਸ ਤਰ੍ਹਾਂ ਦਾ ਕਈ ਵਾਰੀ ਬੇਸਿਕ ਕੁਐਸਚਨ ਵੀ ਜੋ ਹੈ ਉਹ ਪੁੱਛਿਆ ਜਾ ਸਕਦਾ ਹੈ ਐਗਜ਼ਾਮ ਦੇ ਵਿੱਚ। ਜ਼ਰੂਰੀ ਨਹੀਂ ਹੈ ਕਿ ਬਹੁਤ ਹੀ ਹਾਈ ਲੈਵਲ ਦੇ ਕੁਐਸਚਨਸ ਦੀ ਗੱਲ ਹੁੰਦੀ ਹੈ, ਕਈ ਵਾਰੀ ਬੇਸਿਕ ਕੁਐਸਚਨ ਵੀ ਐਗਜ਼ਾਮ ਦੇ ਵਿੱਚ ਪੁੱਟ ਕਰ ਦਿੱਤੇ ਜਾਂਦੇ ਨੇ। ਸੋ ਇਸ ਟਾਈਪ ਦਾ ਕੁਐਸਚਨ ਵੀ ਤੁਸੀਂ ਕਲੀਅਰ ਰੱਖਣਾ ਹੈ, ਕਿਤੇ ਕੋਈ ਗਲਤੀ ਨਹੀਂ ਕਰਨੀ ਕਿਸੇ ਵੀ ਟਾਈਪ ਦੇ ਕੁਐਸਚਨ ਦੇ ਵਿੱਚ। ਅਤੇ ਹੁਣ ਆਪਾਂ ਇਸ ਦਾ ਆਨਸਰ ਇੱਕ ਵਾਰੀ ਕਨਫਰਮ ਕਰਦੇ ਹਾਂ। 11 ਆਨਸਰ ਆਏਗਾ ਜੀ, ਉੱਪਰ 10 ਸਟੂਡੈਂਟ ਆਉਣਗੇ ਬਿਲਕੁਲ, ਉਸ ਤੋਂ ਬਾਅਦ ਆਕਾਸ਼ ਆ ਜਾਏਗਾ, ਫਿਰ 4 ਸਟੂਡੈਂਟ ਆਉਣਗੇ, ਫਿਰ ਸੁਮਿਤ ਆ ਜਾਏਗਾ ਅਤੇ ਨੀਚੇ 14 ਆ ਜਾਣਗੇ। ਸੋ 11th ਰੈਂਕ ਆ ਜਾਏਗਾ ਆਕਾਸ਼ ਦਾ ਫਰੋਮ ਦਾ ਟੋਪ। ਅਗਰ ਟੋਪ ਤੋਂ ਦੇਖਾਂਗੇ ਤਾਂ ਆਕਾਸ਼ ਦਾ ਰੈਂਕ 11th ਆ ਜਾਏਗਾ। ਸੋ ਅਗਲੇ ਕੁਐਸਚਨ ਦੀ ਗੱਲ ਕਰਦੇ ਹਾਂ। ਅਗਲਾ ਕੁਐਸਚਨ ਥੋੜ੍ਹਾ ਜਿਹਾ ਟ੍ਰਿਕੀ ਜ਼ਰੂਰ ਹੋਏਗਾ ਆਈ ਥਿੰਕ। A row of girls facing north। ਸੋ ਨੈਕਸਟ ਕੁਐਸਚਨ ਦੀ ਗੱਲ ਕਰਦੇ ਹਾਂ। ਇਰੇਜ਼ ਕਰ ਦਿਓ ਜੀ ਕੁਐਸਚਨ ਨੂੰ, ਠੀਕ ਹੈ ਜੀ। ਇਨ ਰੋ ਆਫ ਗਰਲਸ ਫੇਸਿੰਗ ਨਾਰਥ, ਤਾਂ ਗਰਲਸ ਕਿਸ ਸਾਈਡ ਫੇਸ ਕਰ ਰਹੀਆਂ ਨੇ? ਨਾਰਥ ਨੂੰ ਫੇਸ ਕਰ ਰਹੀਆਂ ਨੇ। ਨਾਰਥ ਡਾਇਰੈਕਸ਼ਨ ਨੂੰ ਜਦੋਂ ਫੇਸ ਕਰਦੇ ਹਾਂ ਆਪਾਂ ਤਾਂ ਇਹਨਾਂ ਐਰੋਸ ਦੇ ਨਾਲ ਆਪਾਂ ਸ਼ੋ ਕਰਦੇ ਹਾਂ ਨਾਰਥ ਡਾਇਰੈਕਸ਼ਨ ਨੂੰ। ਸੋ ਇਸ ਤਰੀਕੇ ਨਾਲ ਇਨ ਅ ਰੋ ਆਫ ਗਰਲਸ ਫੇਸਿੰਗ ਨਾਰਥ ਏ ਇਜ਼ 14th ਫਰੋਮ ਦਾ ਲੈਫਟ। ਤਾਂ ਇਹ 14ਵੇਂ ਨੰਬਰ ਦੇ ਉੱਤੇ ਆ, ਮਤਲਬ ਇੱਥੋਂ ਪਹਿਲਾਂ ਲੈ ਲੈਂਦੇ ਆ ਕਿ ਏ ਕਿੰਨੇ 'ਤੇ ਆ। ਏ ਤੋਂ ਪਹਿਲਾਂ 13 ਪਰਸਨਸ ਨੇ, ਏ ਤੋਂ ਪਹਿਲਾਂ 13 ਪਰਸਨਸ ਨੇ, ਫਿਰ ਏ ਆਏਗਾ। ਇੱਥੋਂ ਤੱਕ ਕਲੀਅਰ ਹੈ ਜੀ। ਐਂਡ ਬੀ ਇਜ਼ 17th ਫਰੋਮ ਦਾ ਰਾਈਟ ਹੈਂਡ। ਤਾਂ ਬੀ ਕਿੰਨਵੇਂ ਨੰਬਰ ਦੇ ਉੱਤੇ ਹੈ? 17th ਫਰੋਮ ਦਾ ਰਾਈਟ ਹੈਂਡ। ਮਤਲਬ ਬੀ ਦੇ ਇੱਥੇ ਕਿੰਨੇ ਆਉਣਗੇ? ਇੱਥੇ ਆਉਣਗੇ 16 ਪਰਸਨ, ਇੱਥੇ 16 ਪਰਸਨ ਆਉਣਗੇ ਐਂਡ ਬੀ ਬਣ ਜਾਏਗਾ 17th ਫਰੋਮ ਦਾ ਰਾਈਟ ਹੈਂਡ। ਅੱਗੇ ਦੇਖਦੇ ਹਾਂ ਜੀ ਕੀ ਕਹਿੰਦੇ ਆਪਾਂ ਨੂੰ। ਸੀ who is third to the right of A is also sixth to the left of B। ਤਾਂ ਇਸ ਤੋਂ ਬਾਅਦ ਕਹਿ ਰਿਹਾ ਆਪਾਂ ਨੂੰ ਕਿ A ਤੋਂ C ਜੋ ਹੈ ਉਹ ਥਰਡ ਹੈ A ਤੋਂ, ਮਤਲਬ A ਤੋਂ ਬਾਅਦ 2 ਪਰਸਨਸ ਨੇ, A ਤੋਂ ਬਾਅਦ 2 ਪਰਸਨਸ ਨੇ, ਤਾਂ ਤੀਸਰੇ ਨੰਬਰ ਦੇ ਉੱਤੇ C ਆ ਗਿਆ ਜੀ, ਠੀਕ ਹੈ। A ਤੋਂ ਬਾਅਦ ਫਸਟ ਪਰਸਨ, ਫਿਰ ਸੈਕਿੰਡ ਪਰਸਨ, ਫਿਰ ਥਰਡ ਪਰਸਨ ਸੀ। ਅਤੇ ਇਸੇ ਤਰੀਕੇ ਨਾਲ ਰਾਈਟ ਆਫ A ਐਂਡ ਆਲਸੋ 6th ਟੂ ਦਾ ਲੈਫਟ ਆਫ B। ਤਾਂ B ਤੋਂ ਬਾਅਦ ਮਤਲਬ 5 ਪਰਸਨਸ ਹੋਣਗੇ, ਇੱਥੇ 5 ਪਰਸਨਸ ਹੋਣਗੇ ਲੈਫਟ, ਅਤੇ ਉਸ ਤੋਂ ਬਾਅਦ 6ਵੇਂ ਨੰਬਰ ਦੇ ਉੱਤੇ C ਆ ਜਾਏਗਾ। ਸੋ ਕੰਡੀਸ਼ਨਸ ਸਾਰੀਆਂ ਸੈਟਿਸਫਾਈ ਹੋ ਗਈਆਂ ਆਪਣੀਆਂ। ਹੁਣ ਇੱਥੋਂ ਪੁੱਛਿਆ ਕੀ ਹੈ, ਹਾਊ ਮੈਨੀ ਗਰਲਸ ਆਰ ਦੇਅਰ ਇਨ ਅ ਰੋ। ਤਾਂ ਗਰਲਸ ਕਿੰਨੀਆਂ ਹੋਣਗੀਆਂ ਇਸ ਰੋ ਦੇ ਵਿੱਚ। ਤਾਂ ਆਪਾਂ ਕੁਐਸਚਨ ਨੂੰ ਸੋਲਵ ਕਰ ਲੈਂਦੇ ਹਾਂ। ਬਾਕੀ ਤਾਂ ਆਪਣਾ ਆਲਮੋਸਟ ਹੋ ਹੀ ਚੁੱਕਾ ਹੈ ਬਾਕੀ ਕੈਲਕੂਲੇਸ਼ਨ। ਸੋ ਨੰਬਰ ਆਫ ਟੋਟਲ ਕਰਨਾ ਹੈ ਆਪਾਂ 13, 14, 15, 16, 17 ਤੇ 5, 22, 23, 23 ਤੇ 16, 39। ਸੋ 39 ਵਿਲ ਬੀ ਦਾ ਰਾਈਟ ਆਨਸਰ ਫॉर ਦਿਸ ਕੁਐਸਚਨ। ਤਾਂ 39 ਇਸ ਕੁਐਸਚਨ ਦਾ ਰਾਈਟ ਆਨਸਰ ਜੋ ਹੈ ਉਹ ਬਣ ਜਾਏਗਾ। ਸੋ ਇਸ ਤਰੀਕੇ ਨਾਲ ਹਰ ਕੁਐਸਚਨ ਨੂੰ ਤੁਸੀਂ ਸਮਝ ਲੈਣਾ ਹੈ ਇੱਕ ਵਾਰੀ। ਕਿਤੇ ਵੀ ਕੋਈ ਵੀ ਦਿੱਕਤ ਲੱਗਦੀ ਹੈ ਤਾਂ ਤੁਸੀਂ ਉਸ ਦੇ ਰਿਗਾਰਡਿੰਗ ਮੈਸੇਜ ਕਰਕੇ ਪੁੱਛ ਸਕਦੇ ਹੋ। 39 ਵਿਲ ਬੀ ਦਾ ਰਾਈਟ ਆਨਸਰ ਫॉर ਦਿਸ ਕੁਐਸਚਨ।